ਹਾਂਜੀ ਦੋਸਤੋ, ਸਵਾਗਤ ਹੈ ਤੁਹਾਡਾ ਪੀਬੀਐਸ ਕਲਾਸਿਸ ਦੇ ਵਿੱਚ। ਜਿਸ ਤਰ੍ਹਾਂ ਨਾਇਬ ਤਹਿਸੀਲਦਾਰ ਦੇ ਪੇਪਰ ਦੀ ਜੋ ਹੈ ਤਿਆਰੀ ਹੁਣ ਗਰਮੀ ਫੜ ਚੁੱਕੀ ਹੈ, ਸੋ ਕਾफ़ੀ ਜੋ ਹੈ ਐਸਪੀਰੈਂਟਸ ਇਸ ਪੇਪਰ ਵਿੱਚ ਅਪੇਅਰ ਹੋਣਗੇ। ਔਰ ਇਸ ਪੇਪਰ ਦਾ ਜਿਸ ਤਰ੍ਹਾਂ ਇੱਕ ਇੰਪੋਰਟੈਂਟ ਪਾਰਟ ਹੈ ਲੌਜੀਕਲ ਰੀਜ਼ਨਿੰਗ ਐਂਡ ਮੈਂਟਲ ਐਬਿਲਿਟੀ, ਔਰ ਉਹਦੇ ਵਿੱਚ ਪਜ਼ਲ ਜਿਹੜੀ ਹੈਗੀ ਆ ਉਹ ਇੱਕ ਕਾफ़ੀ ਇੰਪੋਰਟੈਂਟ ਪਾਰਟ ਹੈ ਉਹਦਾ। ਠੀਕ ਹੈ, ਕਿਉਂਕਿ ਪਜ਼ਲ ਜਿਹੜੇ ਕੁਐਸਚਨ ਹੁੰਦੇ ਆ ਕਲਸਟਰ ਬੇਸਡ ਕੁਐਸਚਨ ਹੁੰਦੇ ਆ। ਠੀਕ ਹੈ, मतलब एक स्टेटमेंट आनी है ओके, और नाल ਜਿਹੜੇ ਹੈਗੇ ਉਹਦੇ 4-5 ਕੁਐਸਚਨ ਜਿਹੜੇ ਹੈ ਇੱਕੋ ਹੀ ਸਟੇਟਮੈਂਟ ਦੇ ਨਾਲ ਆ ਜਾਂਦੇ ਆ। ਸੋ ਸਿੱਧੇ ਹੀ 2.5 ਨੰਬਰ ਦਾ ਅਗਰ ਕੁਐਸਚਨ ਹੈ ਤਾਂ 10 ਨੰਬਰ ਜਿਹੜੇ ਹੈਗੇ ਸਿੱਧੇ ਇੱਕੋ ਹੀ ਜੋ ਹੈ ਪਜ਼ਲ ਦੇ ਬਣ ਜਾਂਦੇ ਆ, ਰਾਈਟ। ਸੋ ਇਸ ਕਰਕੇ ਇਹ ਇੰਪੋਰਟੈਂਟ ਹੋ ਜਾਂਦੀ ਹੈ ਪਜ਼ਲ ਸਾਨੂੰ ਕਰਨੀ। ਔਰ ਅੱਜ ਜਿਹੜੀ ਆਪਾਂ ਪਜ਼ਲ ਕਰਾਂਗੇ ਉਹ ਹੋਊਗੀ ਕਲਾਸੀਫਿਕੇਸ਼ਨ ਟਾਈਪ। ਠੀਕ ਹੈ, ਸੋ ਕਲਾਸੀਫਿਕੇਸ਼ਨ ਟਾਈਪ ਇਹ ਪਜ਼ਲ ਹੋਏਗੀ। ਵੈਸੇ ਜੋ ਪਜ਼ਲ ਦੀਆਂ ਟਾਈਪਸ ਨੇ ਉਹ ਵੀ ਸਾਰੀਆਂ ਮੈਂ ਤੁਹਾਡੇ ਸਾਹਮਣੇ ਲਿਖੀਆਂ ਹੋਈਆਂ ਨੇ। ਕਲਾਸੀਫਿਕੇਸ਼ਨ ਟਾਈਪ, ਇਸ ਤੋਂ ਇਲਾਵਾ ਜੋ ਸਿਟਿੰਗ ਅਰੇਂਜਮੈਂਟ ਹੁੰਦੀ ਹੈ ਉਹ ਵੀ ਇੱਕ ਤਰ੍ਹਾਂ ਦੀ ਪਜ਼ਲ ਹੀ ਹੁੰਦੀ ਹੈ, ਬਟ ਫਿਰ ਵੀ ਆਪਾਂ ਇਹਨੂੰ ਅਲੱਗ ਕੰਸੀਡਰ ਕਰ ਲੈਂਦੇ ਹਾਂ ਕਿਉਂਕਿ ਇਹਦੇ ਵਿੱਚ ਡਾਇਰੈਕਸ਼ਨਸ ਬਹੁਤ ਮਾਇਨੇ ਰੱਖਦੀਆਂ ਨੇ। ਇਹਦੇ ਮੈਂ ਆਲਰੇਡੀ ਜੋ ਹੈ 3-4 ਜੋ ਹੈ ਕਲਾਸਿਸ ਵੀਡੀਓ ਲੈਕਚਰ ਇਹਦੇ ਬਣਾ ਚੁੱਕਾ ਹਾਂ ਸਿਟਿੰਗ ਅਰੇਂਜਮੈਂਟ ਦੇ, ਤੁਸੀਂ ਉਹ ਚੈੱਕ ਕਰ ਸਕਦੇ ਆ। ਉਸ ਤੋਂ ਬਾਅਦ ਕੰਪੈਰੀਜ਼ਨ ਟਾਈਪ ਹੁੰਦਾ ਹੈ, ਸਿਕੁਐਂਸ਼ੀਅਲ ਆਰਡਰਿੰਗ ਆਫ ਥਿੰਗਸ, ਸਿਲੈਕਸ਼ਨ ਬੇਸਡ ਔਨ ਗਿਵਨ ਕੰਡੀਸ਼ਨ, okay, question involving family members, their relationship, profession and their preference and jumbled up problems। ਸੋ ਇਹ ਸਾਰੇ ਜਿਹੜੇ ਆਪਾਂ ਆਉਣ ਵਾਲੇ ਲੈਕਚਰਾਂ ਦੇ ਵਿੱਚ ਇਹਨਾਂ ਨੂੰ ਕਰਾਂਗੇ, ਦੇਖਾਂਗੇ ਆਉਣ ਵਾਲੀ ਵੀਡੀਓਜ਼ ਦੇ ਅੰਦਰ। ਅੱਜ ਆਪਾਂ ਕਲਾਸੀਫਿਕੇਸ਼ਨ ਟਾਈਪ ਕਰਦੇ ਹਾਂ ਸਟਾਰਟ। ਸੋ ਆਜੋ ਕਰਦੇ ਹਾਂ ਓਕੇ। ਸੋ ਇਸ ਤਰੀਕੇ ਨਾਲ ਇਹ ਕੁਐਸਚਨ ਹੁੰਦਾ ਹੈ, ਜਿੱਦਾਂ ਦੱਸਿਆ ਉੱਪਰ ਇੱਕ ਸਟੇਟਮੈਂਟ ਦਿੱਤੀ ਹੋਈ ਹੈ, ਇਹਦੇ ਥੱਲੇ 5 ਕੁਐਸਚਨ ਨੇ ਸਿੱਧੇ, ਰਾਈਟ। ਸੋ ਕਿੰਨੇ ਬਣ ਗਏ? 12.5 ਨੰਬਰ ਦਾ ਜਿਹੜਾ ਕੁਐਸਚਨ ਬਣ ਗਿਆ। ਸੋ ਜੇ ਇਹਨੂੰ ਚੱਜ ਨਾਲ ਅਸੀਂ ਸੋਲਵ ਕਰ ਲਿਆ, ਠੀਕ ਹੈ, ਤੇ 12.5 ਨੰਬਰ ਅੰਦਰ, ਨਹੀਂ ਤਾਂ ਇਹ ਬਾਹਰ। ਸੋ ਇਹ ਬਹੁਤ ਇੰਪੋਰਟੈਂਟ ਹੋ ਜਾਂਦਾ ਵਾ। ਓਕੇ, ਸੋ ਕਰਦੇ ਹਾਂ ਸਟਾਰਟ। ਦੇਖੋ ਸਟੇਟਮੈਂਟ ਕੀ ਹੈ, ਪੜ੍ਹੋ ਇਹਨੂੰ। ਸੋ ਇੱਥੇ ਹੀ ਚੱਲਦੇ ਹਾਂ ਅੱਗੇ। ਇਨ ਅ ਸਕੂਲ, ਸੇਮ ਹੀ ਜਿਹੜੀ ਸਟੇਟਮੈਂਟ ਹੈ, ਜਿਹੜੀ ਪਿੱਛੇ ਮੈਂ ਅਲੱਗ ਤੋਂ ਉਹਨੂੰ ਲਿਖਿਆ ਹੋਇਆ ਹੈ। ਇਨ ਅ ਸਕੂਲ ਦੇयर वर 5 ਟੀਚਰਸ, 5 ਟੀਚਰ ਨੇ। A and B were teaching Hindi and English, okay. C and B are teaching English and geography. D and A are teaching mathematics and Hindi. E and B are teaching French and history। ਸੋ ਅਲਟੀਮੇਟਲੀ ਜਿਹੜੇ ਹੈਗੇ ਆ ਇਸੇ ਸਟੇਟਮੈਂਟ ਤੇ ਬੇਸ ਅੱਗੇ ਕੁਐਸਚਨ ਹੋਣੇ ਆ। ਓਕੇ, ਸੋ ਆਪਾਂ ਜੋ ਹੈ ਜਦੋਂ ਇਹ ਕੁਐਸਚਨ ਨੂੰ ਸੋਲਵ ਕਰਨਾ ਹੈ, ਇੱਕ ਵਾਰੀ ਕੁਐਸਚਨਸ ਦੇ ਉੱਤੇ ਵੀ ਨਿਗਾਹ ਮਾਰ ਹੀ ਲਈਏ। ਕੁਐਸਚਨ ਕਿਹੜੇ ਆ? ਹੂ ਅਮੰਗ ਦਾ ਟੀਚਰ ਵਾਸ ਟੀਚਿੰਗ ਦ ਮੈਕਸਿਮਮ ਨੰਬਰ ਆਫ ਸਬਜੈਕਟ, ਓਕੇ। ਵਿਚ ਆਫ ਦ ਫੋਲੋਇੰਗ ਪੇਅਰ ਵਾਸ ਟੀਚਿੰਗ ਬੋਥ ਕੈਟੇਗਰੀ, ਬੋਥ ਜੋਗ੍ਰਾਫੀ ਐਂਡ ਹਿੰਦੀ, ਓਕੇ। ਮੋਰ ਦੈਨ 2 ਟੀਚਰਸ ਵਰ ਟੀਚਿੰਗ ਵਿਚ ਸਬਜੈਕਟ। ਸੋ ਇਸ ਤਰੀਕੇ ਦੇ ਨਾਲ ਟੀਚਰ ਔਰ ਸਬਜੈਕਟਸ ਦੇ ਰਿਲੇਟਡ ਇਹ ਜਿਹੜੇ ਹੈਗੇ ਆ ਕੁਐਸਚਨ ਹੋਣੇ ਆ। ਓਕੇ, ਸਾਰੇ ਕੁਐਸਚਨ ਨੂੰ ਸੋਲਵ ਕਰਨ ਲਈ ਆਪਾਂ ਨੂੰ ਜੋ ਹੈ ਇੱਕ ਮੈਟ੍ਰਿਕਸ ਬਣਾ ਕੇ ਪਹਿਲਾਂ ਇਹਨੂੰ ਸੋਲਵ ਕਰਨਾ ਪੜੇਗਾ ਪਜ਼ਲ ਨੂੰ। DBA ਐਂਡ ਵਰ ਟੀਚਿੰਗ ਵਿਚ ਆਫ ਦਾ ਫੋਲੋਇੰਗ ਸਬਜੈਕਟਸ, ਓਕੇ। ਸੋ ਆਓ ਇੱਕ ਵਾਰੀ ਹੁਣ ਅੱਗੇ ਆਪਾਂ ਚੱਲਦੇ ਹਾਂ ਇਹਦੇ ਸੋਲਿਊਸ਼ਨ ਦੇ ਉੱਤੇ। ਦੇਖੋ ਇਸ ਜੋ ਹੈ ਇਸ ਪਜ਼ਲ ਦੇ ਵਿੱਚ ਕਲਾਸੀਫਿਕੇਸ਼ਨ ਟਾਈਪ ਦੇ ਵਿੱਚ ਆਪਾਂ ਜੋ ਹੈ ਪਹਿਲਾਂ ਇੱਕ ਮੈਟ੍ਰਿਕਸ ਬਣਾ ਲੈਂਦੇ ਹਾਂ। ਇੱਧਰ 5 ਟੀਚਰਸ ਦਿੱਤੇ ਆ, ਕਿਹੜੇ ਟੀਚਰਸ ਆਉਂਦੇ ਆ? ਠੀਕ ਹੈ, ਪਹਿਲਾਂ 5 ਟੀਚਰਸ ਆਪਾਂ ਲਿਖ ਲੈਣੇ ਆ ਇੱਕ ਸਾਈਡ ਦੇ ਉੱਤੇ, A B C D ਐਂਡ E। ਇਹੀ 5 ਟੀਚਰ ਤੁਹਾਨੂੰ ਇੱਥੇ 5 ਟੀਚਰਾਂ ਦੇ ਨਾਮ ਮਿਲਦੇ ਆ, A B C ਤੋਂ ਬਾਅਦ D ਆ ਗਿਆ ਔਰ E ਆਪਾਂ ਨੂੰ ਇੱਥੇ ਦਿਖ ਰਿਹਾ 5 ਟੀਚਰਾਂ ਦੇ ਨਾਮ। ਔਰ ਇੱਧਰ ਆਪਾਂ ਜਿਹੜੇ ਹੈਗੇ ਸਬਜੈਕਟ ਜਿਹੜੇ ਆਪਾਂ ਉਹ ਲਿਖ ਲੈਣੇ ਆ। ਠੀਕ ਹੈ, ਸਬਜੈਕਟ ਆਪਾਂ ਨੂੰ ਕਿਹੜੇ ਦਿਖ ਰਹੇ ਆ? ਹਿੰਦੀ, ओके। दूसरा है इंग्लिश, अगला है इंग्लिश तो इलावा आ जाता जोग्राफी, राइट। जोग्राफी तो बाद मैथ्स आ जाता वा, फिर आ जाती है हिस्ट्री एंड देन आ जाती है फ्रेंच। 6 सब्जैक्ट आ, 5 टीचर आ, इन्हां दा आपां मैट्रिक्स बना लेना वा। ऑलराइट, ठीक है।
ਸੋ ਇਹ ਮੈਟ੍ਰਿਕਸ ਸਾਡੇ ਕੋਲ ਤਿਆਰ ਹੋ ਗਿਆ। ਓਕੇ, ਸੋ ਦੇਖੋ ਹੁਣ ਆਪਾਂ ਇਹਦੇ ਵਿੱਚ ਸਿੰਪਲੀ ਜੋ ਹੈ ਆਪਾਂ ਨੂੰ ਇਨਫੋਰਮੇਸ਼ਨ ਪਤਾ ਹੈ, ਇਹਨੂੰ ਆਪਾਂ ਇਹਦੇ ਵਿੱਚ ਫਿਲ ਕਰ ਦੇਣਾ ਹੈ। A ਐਂਡ B ਵਰ ਟੀਚਿੰਗ ਹਿੰਦੀ ਐਂਡ ਇੰਗਲਿਸ਼, ਮਤਲਬ A ਹਿੰਦੀ ਵੀ ਪੜ੍ਹਾਉਂਦਾ ਵਾ ਔਰ A ਇੰਗਲਿਸ਼ ਵੀ ਪੜ੍ਹਾਉਂਦਾ ਵਾ। ਓਕੇ ਠੀਕ ਹੈ, B ਵੀ ਹਿੰਦੀ ਵੀ ਪੜ੍ਹਾਉਂਦਾ ਵਾ ਤੇ ਇੰਗਲਿਸ਼ ਵੀ ਪੜ੍ਹਾਉਂਦਾ ਵਾ। ਓਕੇ, C ਐਂਡ B ਵਰ ਟੀਚਿੰਗ ਇੰਗਲਿਸ਼ ਐਂਡ ਜੋਗਰਾਫੀ, C ਜੋ ਹੈ ਉਹ ਇੰਗਲਿਸ਼ ਵੀ ਪੜ੍ਹਾ ਰਿਹਾ ਹੈ ਤੇ ਜੋਗਰਾਫੀ ਵੀ ਪੜ੍ਹਾ ਰਿਹਾ ਹੈ। ਇੱਦਾਂ ਹੀ B ਜੋ ਹੈ ਇੱਥੇ ਲਿਖਿਆ ਹੈ ਨਾ C ਐਂਡ B, ਇਹਦਾ ਮਤਲਬ B ਇੰਗਲਿਸ਼ ਪੜ੍ਹਾ ਰਿਹਾ ਹੈ, ਉਹ ਆਪਾਂ ਆਲਰੇਡੀ ਟੇਕ ਕੀਤਾ ਹੋਇਆ। ਇਸ ਤੋਂ ਇਲਾਵਾ ਜੋਗਰਾਫੀ ਵੀ ਪੜ੍ਹਾ ਰਿਹਾ ਹੈ B। ਅੱਗੇ ਗੱਲ ਆ ਗਈ D ਤੇ A ਦੀ, ਠੀਕ ਹੈ। ਓਕੇ, D ਐਂਡ A ਵਰ ਟੀਚਿੰਗ ਮੈਥਮੈਟਿਕਸ ਐਂਡ ਹਿੰਦੀ, ਠੀਕ ਹੈ। D ਜੋ ਹੈ ਉਹ ਕੀ ਪੜ੍ਹਾ ਰਿਹਾ ਹੈ, ਮੈਥਮੈਟਿਕਸ। ਓਕੇ, ਇਸ ਤੋਂ ਇਲਾਵਾ ਹਿੰਦੀ ਪੜ੍ਹਾ ਰਿਹਾ ਹੈ। ਇੱਦਾਂ A ਵੀ ਜਿਹੜੀ ਹੈਗੀ ਆ ਉਹ ਹਿੰਦੀ ਵੀ ਤਾਂ ਪੜ੍ਹਾ ਹੀ ਰਿਹਾ ਆਲਰੇਡੀ ਤੇ ਨਾਲ ਮੈਥਮੈਟਿਕਸ ਵੀ ਪੜ੍ਹਾ ਰਿਹਾ ਵਾ। ਓਕੇ, E ਐਂਡ B ਵਰ ਟੀਚਿੰਗ ਹਿਸਟਰੀ ਐਂਡ ਫਰੈਂਚ, E ਦੀ ਗੱਲ ਆ ਗਈ। E ਕੀ ਪੜ੍ਹਾ ਰਿਹਾ ਵਾ, E ਪੜ੍ਹਾ ਰਿਹਾ ਵਾ ਹਿਸਟਰੀ ਪੜ੍ਹਾ ਰਿਹਾ ਵਾ, ਫਰੈਂਚ ਪੜ੍ਹਾ ਰਿਹਾ ਵਾ। ਸਿਮਿਲਰਲੀ B ਵੀ ਜੋ ਹੈ ਉਹ ਹਿਸਟਰੀ ਵੀ ਪੜ੍ਹਾ ਰਿਹਾ ਹੈ, ਫਰੈਂਚ ਵੀ ਪੜ੍ਹਾ ਰਿਹਾ ਹੈ। ਓਕੇ, ਸੋ ਇਹ ਸਾਡੇ ਕੋਲ ਸਾਡਾ ਬਣ ਗਿਆ ਮੈਟ੍ਰਿਕਸ। ਹੁਣ ਇਹ ਮੈਟ੍ਰਿਕਸ ਸਾਡੇ ਕੋਲ ਬਣ ਗਿਆ, ਇਹਦੇ ਬੇਸ ਦੇ ਉੱਤੇ ਆਪਾਂ ਸਾਰੇ ਕੁਐਸਚਨਾਂ ਦੇ ਜਵਾਬ ਦੇ ਦੇਣੇ ਆ। ਸੋ ਇੱਕ ਵਾਰੀ ਕੁਐਸਚਨ ਦੇਖਦੇ ਹਾਂ ਪਿੱਛੇ ਜਾ ਕੇ ਦੁਬਾਰਾ। ਪਹਿਲਾ ਕੁਐਸਚਨ ਕੀ ਸੀਗਾ, ਹੂ ਅਮੰਗ ਦ ਟੀਚਰ ਵਾਸ ਟੀਚਿੰਗ ਮੈਕਸਿਮਮ ਨੰਬਰ ਆਫ ਸਬਜੈਕਟ। ਸੋ B ਆਪਾਂ ਨੂੰ ਦਿਖ ਹੀ ਰਿਹਾ ਸੀਗਾ ਪਿੱਛੇ। ਓਕੇ, ਸੋ ਮੈਕਸਿਮਮ ਨੰਬਰ ਆਫ ਸਬਜੈਕਟ ਕੌਣ ਪੜ੍ਹਾ ਰਿਹਾ ਵਾ, ਦੇਖੋ B ਆ, B ਦੇ ਉੱਤੇ ਸਭ ਤੋਂ ਵੱਧ ਟੇਕਿਆ। B ਹਿੰਦੀ ਵੀ ਪੜ੍ਹਾ ਰਿਹਾ, ਇੰਗਲਿਸ਼ ਵੀ ਪੜ੍ਹਾ ਰਿਹਾ, ਜੋਗਰਾਫੀ ਵੀ ਪੜ੍ਹਾ ਰਿਹਾ, ਹਿਸਟਰੀ ਵੀ ਪੜ੍ਹਾ ਰਿਹਾ, ਫਰੈਂਚ ਪੜ੍ਹਾ ਰਿਹਾ, ਮਤਲਬ ਮੈਥਸ ਨੂੰ ਛੱਡ ਕੇ B ਸਾਰੇ ਸਬਜੈਕਟ ਪੜ੍ਹਾ ਰਿਹਾ ਵਾ। ਓਕੇ, ਸੋ ਇਹਦਾ ਆਨਸਰ ਆ ਗਿਆ B, ਰਾਈਟ। ਅਗਲਾ ਕੁਐਸਚਨ ਦੇਖੋ, ਵਿਚ ਆਫ ਦਾ ਫੋਲੋਇੰਗ ਪੇਅਰ ਵਾਸ ਟੀਚਿੰਗ ਬੋਥ ਜੋਗਰਾਫੀ ਐਂਡ ਹਿੰਦੀ। ਇਹਨਾਂ ਦੇ ਵਿੱਚੋਂ ਕਿਹੜਾ ਪੇਅਰ ਹੈ ਜਿਹੜਾ ਜੋਗਰਾਫੀ ਤੇ ਹਿੰਦੀ ਦੋਨਾਂ ਨੂੰ ਪੜ੍ਹਾ ਰਿਹਾ ਵਾ। ਠੀਕ ਹੈ, ਸੋ ਆ ਜਾਓ, ਜੋਗਰਾਫੀ ਆਪਣੀ ਕਿਹੜੀ ਹੈ, ਇਹ, ਹਿੰਦੀ ਕਿਹੜੀ ਹੈ, ਇਹ। ਸੋ ਕਿਹੜਾ ਪੇਅਰ ਹੈ ਜਿਹੜਾ ਜੋਗਰਾਫੀ ਔਰ ਹਿੰਦੀ ਦੋਵਾਂ ਨੂੰ ਪੜ੍ਹਾ ਰਿਹਾ ਹੈ। A ਨਹੀਂ ਪੜ੍ਹਾ ਰਿਹਾ, A ਇਕੱਲੀ ਹਿੰਦੀ ਪੜ੍ਹਾ ਰਿਹਾ ਹੈ। B ਪੜ੍ਹਾ ਰਿਹਾ ਹੈ, ਜੋਗਰਾਫੀ ਵੀ ਪੜ੍ਹਾ ਰਿਹਾ ਹੈ ਤੇ ਹਿੰਦੀ ਵੀ ਪੜ੍ਹਾ ਰਿਹਾ ਹੈ। ਓਕੇ, ਇਸ ਤੋਂ ਇਲਾਵਾ ਹੋਰ ਕਿਹੜਾ ਵਾ, ਜੋਗਰਾਫੀ ਤੇ ਹਿੰਦੀ ਵਾਲਾ, ਇਸ ਤੋਂ ਇਲਾਵਾ ਹੋਰ ਕੋਈ ਵੀ ਨਹੀਂ ਹੈਗਾ। ਠੀਕ ਹੈ, ਜਿਹੜਾ ਜੋਗਰਾਫੀ ਵੀ ਪੜ੍ਹਾਉਂਦਾ ਹੋਵੇ ਤੇ ਹਿੰਦੀ ਵੀ ਪੜ੍ਹਾਉਂਦਾ ਹੋਵੇ। ਸੋ ਸਿੱਧਾ ਸਿੱਧਾ ਆਨਸਰ ਸਾਡਾ ਕੀ ਬਣ ਗਿਆ, ਨਨ ਆਫ ਦੀਸ, ਇਹ ਆਨਸਰ ਬਣ ਗਿਆ, ਕਿਉਂਕਿ ਕੋਈ ਹੋਰ ਪੇਅਰ ਬਣਦਾ ਹੀ ਨਹੀਂ ਹੈ, ਇਕੱਲਾ B ਆ। ਠੀਕ ਹੈ, B ਦੇ ਨਾਲ A, ਜਾਂ ਤਾਂ ਇਕੱਲਾ ਅਗਰ B ਹੁੰਦਾ ਤਾਂ ਆਪਾਂ B ਲਿਖ ਦਿੰਦੇ, ਪਰ ਇੱਥੇ ਸਾਰਿਆਂ ਨਾਲ D ਐਂਡ B ਲਿਖਿਆ ਵਾ, ਜਦ ਕਿ D ਤਾਂ ਪੜ੍ਹਾਉਂਦਾ ਹੀ ਨਹੀਂ ਹੈ, C ਤਾਂ ਪੜ੍ਹਾਉਂਦਾ ਹੀ ਨਹੀਂ ਹੈ ਜੋਗਰਾਫੀ ਹਿੰਦੀ, A ਤਾਂ ਪੜ੍ਹਾਉਂਦਾ ਹੀ ਨਹੀਂ ਹੈ ਜੋਗਰਾਫੀ ਹਿੰਦੀ। ਸਮਝ ਲੱਗੀ? ਸੋ ਇਸ ਕਰਕੇ ਇੱਥੇ ਆ ਗਿਆ ਨਨ ਆਫ ਦੀਸ। ਮੋਰ ਦੈਨ 2 ਟੀਚਰਸ ਵਰ ਟੀਚਿੰਗ ਵਿਚ ਸਬਜੈਕਟਸ। ਠੀਕ ਹੈ, ਕਿਹੜੇ ਸਬਜੈਕਟ ਹੈ ਜਿਹੜੇ 2 ਤੋਂ ਵੱਧ ਟੀਚਰ ਪੜ੍ਹਾ ਰਹੇ ਆ। ਸੋ ਆ ਜਾਓ ਦੇਖੀਏ, ਹੁਣ ਆਪਾਂ ਸਬਜੈਕਟਸ ਤੇ ਦੇਖਣਾ ਕਿ ਇਹ 'ਚ ਜ਼ਿਆਦਾ ਟਿਕ ਲੱਗੇ ਹੋਏ ਆ। ਦੇਖੋ ਹਿੰਦੀ ਨੂੰ ਜਿਹੜੇ ਹੈਗੇ ਆ 3 ਟੀਚਰ ਪੜ੍ਹਾ ਰਹੇ ਆ, ਇੰਗਲਿਸ਼ ਨੂੰ ਵੀ 3 ਟੀਚਰ ਪੜ੍ਹਾ ਰਹੇ ਆ। ਓਕੇ, ਸੋ ਬਾਕੀ ਸਾਰਿਆਂ ਨੂੰ 2-2 ਹੀ ਪੜ੍ਹਾ ਰਹੇ ਆ। ਓਕੇ, 3 ਟਿਕ ਇੰਗਲਿਸ਼ ਜਾਂ 3 ਟਿਕ ਹਿੰਦੀ ਤੇ ਆ। ਸੋ ਹਿੰਦੀ ਐਂਡ ਇੰਗਲਿਸ਼ ਜਿਹੜੇ ਹੈਗੇ ਆ ਉਹ ਆ ਜਾਊਗਾ ਆਨਸਰ। ਓਕੇ, ਸੋ ਇੱਥੇ ਆਪਾਂ ਨੂੰ ਕੀ ਆਪਸ਼ਨ ਦਿੱਤੀ ਹੋਈ ਆ, ਆਪਸ਼ਨ ਦੇ ਵਿੱਚ ਇਕੱਲੇ ਆਪਾਂ ਨੂੰ ਹਿੰਦੀ ਦਿੱਤੀ ਹੋਈ ਹੈ, ਇੰਗਲਿਸ਼ ਦਿੱਤੀ ਨਹੀਂ ਹੋਈ। ਠੀਕ ਹੈ, ਸੋ ਇਸ ਕਰਕੇ ਆਨਸਰ ਆਪਣਾ ਆ ਗਿਆ B। ਓਕੇ, ਤੀਸਰੇ ਦਾ ਆਨਸਰ B ਆ ਗਿਆ। ਇਦਾਂ ਹੀ D, B ਐਂਡ A ਵਰ ਟੀਚਿੰਗ ਵਿਚ ਆਫ ਦਾ ਫੋਲੋਇੰਗ ਸਬਜੈਕਟਸ। D, B ਐਂਡ A ਆਵਰ ਟੀਚਿੰਗ ਵਿਚ ਆਫ ਦਾ ਫੋਲੋਇੰਗ ਸਬਜੈਕਟਸ। ਸੋ D, B, A ਦੇਖ ਲੈਂਦੇ ਆ। D ਦੀ ਗੱਲ ਕਰ ਰਿਹਾ ਵਾ, B ਦੀ ਗੱਲ ਕਰ ਰਿਹਾ ਐਂਡ A ਦੀ ਗੱਲ ਕਰ ਰਿਹਾ ਵਾ। ਠੀਕ ਹੈ, ਸੋ ਇਹ ਸਾਰੇ ਕੀ ਪੜ੍ਹਾ ਰਹੇ ਆ, ਹਿੰਦੀ ਪੜ੍ਹਾ ਰਹੇ ਆ। ਓਕੇ, ਇਸ ਤੋਂ ਇਲਾਵਾ ਕੋਈ ਕਾਮਨ ਸਬਜੈਕਟ ਪੜ੍ਹਾ ਰਹੇ ਆ ਇਹ, ਨਹੀਂ, ਹੋਰ ਕੋਈ ਵੀ ਇਹੋ ਜਿਹਾ ਕਾਮਨ ਸਬਜੈਕਟ ਨਹੀਂ ਪੜ੍ਹਾ ਰਹੇ। ਸੋ ਦੇਖੀਏ ਇੱਕ ਵਾਰੀ ਦੁਬਾਰਾ ਕੁਐਸਚਨ ਨੂੰ। ਠੀਕ ਹੈ, ਸੋ ਆ ਜਾਏਗਾ ਆਨਸਰ C ਓਨਲੀ। ਠੀਕ ਹੈ, D, B ਐਂਡ ਵਰ ਟੀਚਿੰਗ ਵਿਚ ਆਫ ਦਾ ਫੋਲੋਇੰਗ ਸਬਜੈਕਟ, ਸਿਰਫ ਹਿੰਦੀ ਹੀ ਪੜ੍ਹਾ ਰਹੇ ਆ ਇਹ। ਓਕੇ, ਜੇ ਤਿੰਨਾਂ ਦੀ ਕਾਮਨ ਦੀ ਗੱਲ ਕਰੀਏ ਤਾਂ ਹਿੰਦੀ ਸਬਜੈਕਟ ਇਹਨਾਂ 'ਚ ਕਾਮਨ ਆ। ਹੂ ਅਮੰਗ ਦਾ ਟੀਚਰ ਵਾਸ ਟੀਚਿੰਗ ਲੈਸ ਦੈਨ 2 ਸਬਜੈਕਟ, 2 ਸਬਜੈਕਟ ਤੋਂ ਕਿਹੜਾ ਜਿਹੜਾ ਹੈਗਾ ਵਾ ਉਹ ਘੱਟ ਪੜ੍ਹਾ ਰਿਹਾ। ਮੇਰੇ ਖਿਆਲ ਨਾਲ ਕੋਈ ਵੀ ਟੀਚਰ ਇਹੋ ਜਿਹਾ ਨਹੀਂ ਹੈਗਾ ਜਿਹੜਾ 2 ਸਬਜੈਕਟ ਤੋਂ ਘੱਟ ਪੜ੍ਹਾ ਰਿਹਾ ਵਾ। ਠੀਕ ਹੈ, ਜਿਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਆ ਸਾਰੇ ਹੀ ਟੀਚਰ ਜਿਹੜੇ ਹੈਗੇ ਆ ਉਹ 2-2 ਸਬਜੈਕਟ ਤਾਂ ਪੜ੍ਹਾ ਹੀ ਰਹੇ ਆ। C ਵੀ, D ਵੀ, E ਵੀ। ਓਕੇ, A ਐਂਡ B ਤਾਂ ਜ਼ਿਆਦਾ ਪੜ੍ਹਾ ਰਹੇ ਆ। ਓਕੇ, ਸੋ ਆਨਸਰ ਇਜ਼ देयर इज नो सच टीचर, राइट। सो इस तरीके ਨਾਲ ਇਹ ਜੋ ਹੈ ਸਾਡੀ ਪਹਿਲੀ ਪਜ਼ਲ ਹੋ ਗਈ ਸੋਲਵ।
ਓਕੇ, ਹੁਣ ਆਪਾਂ ਚੱਲਦੇ ਹਾਂ ਦੂਸਰੀ ਪਜ਼ਲ ਦੇ ਉੱਤੇ। ਹੁਣ ਇਹਦੇ ਵਿੱਚ ਕੀ ਹੈ ਜੀ, ਅਗਲਾ ਕੁਐਸਚਨ ਸਟੇਟਮੈਂਟ ਪੜੋ। ਓਕੇ, ਅਗੇਨ ਸਟੇਟਮੈਂਟ ਹੈ ਔਰ ਸਟੇਟਮੈਂਟ ਦੇ ਥੱਲੇ 4 ਕੁਐਸਚਨ ਹੈ, ਮਤਲਬ 10 ਨੰਬਰ ਜਿਹੜੇ ਹੈਗੇ ਆ ਇੱਥੇ ਸਾਡੇ ਪਏ ਹੋਏ ਆ। Okay, so 4 young men, Raj, Prem, Ved and Ashok are friendly with 4 girls, Shushma, Kusum, Vimila and Poonam. ठीक है, Shushma and Vimila are friends. Ved's girl, read it as a Ved. Okay, Ved's girlfriend does not like Shushma and Vanilla. Kusum does not care for Ved. Prem's girlfriend is friendly with Shushma. And Shushma does not like ਕੀ ਆਏਗਾ ਇੱਥੇ, ਕੁਛ ਇੱਥੇ ਮਿਸਪ੍ਰਿੰਟਿੰਗ ਹੈ। ਰਾਜ, ਪ੍ਰੇਮ, वेद, आई थिंक दिस इज वेद और राज, मेरे ख्याल नाल इत्थे राज है। ओके, दिस इज राज, हाँ ये राज है, कुछ मिसप्रिंटिंग हुई है, राइट। सो अगे फिर सारे गल जो है क्वेश्चन पूछे जाते हैं। सो पंजाबी दे विच ये पूछ रहे भी 4 मुंडे आ ते 4 जिहड़ियां वा कुड़ियां वा। हुण इन्हां ने अगे क्वेश्चन इन्हां दे ये आ कि किहदे नाल चक्कर चलदा वा ठीक है, किहड़ी गर्लफ्रेंड आ, किहड़ा बॉयफ्रेंड आ, ये आपां इन्हां नूं दसना वा। ठीक है, सो आपां आ गए अपनी वर्कशीट दे उत्ते आ जाने आ। इत्थे राज आ, इनू राज पढ़ियो, देखते हैं बाकी क्वेश्चन सॉल्व करते की बनता। ओके, सो असी सब तो पहला की है एक साइड के उत्ते असी लिख लेना वा मुंडिया दे नाम, राज, प्रेम, वेद एंड अशोक। ओके, सो ये हो गए। इधर जो है वो आ जाने आ कुड़ियां दे नाम, कौन कौन आ गई, सुषमा, कुसुम and Sushma, Kusum, Vimila, पूनम। ओके, सो ये आ गए सारे नाम अपने को, मैट्रिक्स हो गया अपना तैयार। सो हुण लगभग होया ही समझो क्वेश्चन की आ। 4 यंग मैन, ओके, सो इत्थे तक हो गया। वेद्स गर्ल फ्रेंड डज नॉट लाइक, दिस इज नॉट टाइक, इट इज लाइक सुषमा एंड विमिला। वेद की जिहड़ी गर्लफ्रेंड आ वो सुषमा ते विनीला नूं लाइक नहीं करती। चलो ठीक है, ये तो सर सानू कुछ पता नहीं लग्या। कुसुम डज नॉट केयर फॉर वेद, जिहड़ी कुसुम आ वो वेद की केयर नहीं करती, मतलब इन्हां दी आपस दे विच कुछ नहीं है गलबात। ओके, प्रेम्स गर्लफ्रेंड इज फ्रेंडली विद सुषमा। ओके, सो प्रेम्स गर्लफ्रेंड इज फ्रेंडली विद सुषमा। ओके, सो सुषमा किहदी दोस्त है, इत्थे आपां नूं दस्सिया होया ना, सुषमा एंड विमिला आर फ्रेंड्स। ओके, और इत्थे की कह रहा, प्रेम्स गर्लफ्रेंड इज फ्रेंडली विद सुषमा। सो इहदा मतलब प्रेम दी गर्लफ्रेंड कौन हो गई, विमिला। ओके, प्रेम दी गर्लफ्रेंड हो गई विमिला, राइट। ओके, सुषमा डज नॉट लाइक राज, हुण सुषमा जिहड़ी हैगी आ वो राज नूं नहीं लाइक करती। ठीक है, अगेन स्टेटमेंट पढ़ते हैं। 4 young men, Raj, Prem, Ved and Ashok are friendly with 4 girls, Shushma, Kusum, Vimila and Poonam. Shushma and Vimila are friends. Okay, Shushma ते Vimila ਜਿਹੜੀਆਂ ਹੈਗੀਆਂ ਨੇ ਉਹ ਆਪਸ ਦੇ ਵਿੱਚ friends ਨੇ, ਵਧੀਆ। Okay, Kusum does not care for Ved, कुसुम ਜਿਹੜੀ है वो वेद की परवाह नहीं करती। ठीक है, मतलब they are not, ठीक है, in relationship। अच्छा, प्रेम्स गर्लफ्रेंड इज फ्रेंडली विद सुषमा। ठीक है, सो प्रेम दी गर्लफ्रेंड जिहड़ी हैगी फ्रेंडली विद सुषमा ते वो विमिला सी, सो दैट इज वाई वी टेक दिस। सुषमा डज नॉट लाइक राज। ओके, एंड वेद्स गर्लफ्रेंड डज नॉट लाइक सुषमा एंड
ਵਿਮਿਲਾ। ਜਿਹੜੀ ਵੇਦ ਦੀ ਗਰਲਫ੍ਰੈਂਡ ਆ ਉਹ ਸੁਸ਼ਮਾ ਨੂੰ ਨਹੀਂ ਲਾਈਕ ਕਰਦੀ ਤੇ ਵਿਮਿਲਾ ਨੂੰ ਨਹੀਂ ਲਾਈਕ ਕਰਦੀ। ਇਹਦਾ ਮਤਲਬ ਨਾ ਵੇਦ ਦੀ ਗਰਲਫ੍ਰੈਂਡ ਸੁਸ਼ਮਾ ਹੋਊਗੀ, ਨਾ ਵੇਦ ਦੀ ਗਰਲਫ੍ਰੈਂਡ ਵਿਮਿਲਾ ਹੋਊਗੀ। ਸੋ ਵੇਦ ਦੀ ਗਰਲਫ੍ਰੈਂਡ ਕੌਣ ਹੋਊਗੀ? ਪੂਨਮ। ਸਮਝ ਲੱਗੀ ਇਸ ਲਾਈਨ ਤੋਂ? ਵੇਦ ਗਰਲਫ੍ਰੈਂਡ ਡਜ਼ ਨਾਟ ਲਾਈਕ ਸੁਸ਼ਮਾ ਐਂਡ ਵਿਮਿਲਾ। ਸੋ ਇਹਦਾ ਮਤਲਬ ਨਾ ਸੁਸ਼ਮਾ ਉਹਦੀ ਗਰਲਫ੍ਰੈਂਡ ਹੋਈ, ਨਾ ਵਿਮਿਲਾ ਹੋਈ। ਕੁਸੁਮ ਪਹਿਲਾਂ ਨਹੀਂ ਉਹਨੂੰ ਪਸੰਦ ਕਰਦੀ, ਤਾਂ ਵੇਦ ਦੀ ਗਰਲਫ੍ਰੈਂਡ ਕੌਣ ਹੋ ਗਈ? ਪੂਨਮ। ਰਾਈਟ। ਐਂਡ ਸੁਸ਼ਮਾ ਡਜ਼ ਨਾਟ ਲਾਈਕ ਰਾਜ। ਠੀਕ ਹੈ, ਹੁਣ ਪ੍ਰੇਮ ਦੀ ਗਰਲਫ੍ਰੈਂਡ ਸਾਨੂੰ ਪਤਾ ਲੱਗ ਗਈ ਹੈ, ਵੇਦ ਦੀ ਪਤਾ ਲੱਗ ਗਈ ਹੈ। ਓਕੇ, ਰਾਜ ਨੂੰ ਸੁਸ਼ਮਾ ਪਸੰਦ ਨਹੀਂ ਕਰਦੀ, ਤਾਂ ਸੁਸ਼ਮਾ ਕਿਹਦੀ ਗਰਲਫ੍ਰੈਂਡ ਹੋਈ ਫਿਰ? ਅਸ਼ੋਕ ਦੀ। ਓਕੇ, ਸੋ ਫਿਰ ਬਾਕੀ ਕਿਹੜੀ ਬਚੀ ਹੁਣ ਇਹਨਾਂ ਵਿੱਚੋਂ? ਇਹਨਾਂ ਵਿੱਚੋਂ ਕੁਸੁਮ ਬਚੀ ਆ। ਸੋ ਕੁਸੁਮ ਦਾ ਇਹਦਾ ਮਤਲਬ ਕੀ ਕੌਣ ਹੋ ਗਿਆ? ਕੁਸੁਮ ਦਾ ਬॉयਫ੍ਰੈਂਡ ਕੌਣ ਹੋ ਜਾਏਗਾ? ਰਾਜ। ਓਕੇ, ਸਮਝ ਲੱਗੀ ਕਿੱਦਾਂ ਕਿੱਦਾਂ ਇਹਨਾਂ ਦੀਆਂ ਜੋੜੀਆਂ ਬਣਾ ਦਿੱਤੀਆਂ ਆਪਾਂ, ਕਿੱਦਾਂ ਬਣ ਗਈਆਂ ਜੋੜੀਆਂ ਇਹ? ਰਾਈਟ, ਹੁਣ ਆ ਜਾਓ ਕੁਐਸਚਨ ਦੇਖਦੇ ਹਾਂ। ਕੁਐਸਚਨ ਕੀ ਆ? ਹੂ ਇਜ਼ ਰਾਜ ਗਰਲਫ੍ਰੈਂਡ। ਠੀਕ ਹੈ, ਰਾਜ ਦੀ ਗਰਲਫ੍ਰੈਂਡ ਕੌਣ ਹੋਈ? ਕੁਸੁਮ ਹੋਈ। ਓਕੇ, ਲਿਆਓ ਦੇਖ ਲੈਂਦੇ ਆ। ਰਾਜ ਦੀ ਗਰਲਫ੍ਰੈਂਡ ਪੁੱਛ ਰਹੇ ਆ, ਰਾਜ ਦੀ ਗਰਲਫ੍ਰੈਂਡ ਕੌਣ ਹੋਈ? ਕੁਸੁਮ। ਠੀਕ ਹੈ, ਸੋ ਇਸ ਕਰਕੇ ਬੀ ਆंसर ਆ ਗਿਆ। ਵਿਦ whom ਇਜ਼ ਸੁਸ਼ਮਾ ਫ੍ਰੈਂਡਲੀ। ਠੀਕ ਹੈ, ਵਿਦ whom ਇਜ਼ ਸੁਸ਼ਮਾ ਫ੍ਰੈਂਡਲੀ ਮਤਲਬ ਸੁਸ਼ਮਾ ਦਾ ਬॉयਫ੍ਰੈਂਡ ਕਿਹੜਾ ਵਾ? ਸੋ ਸੁਸ਼ਮਾ ਦਾ ਬॉयਫ੍ਰੈਂਡ ਕੌਣ ਹੁੰਦਾ ਵਾ? ਅਸ਼ੋਕ। ਰਾਈਟ, ਇੱਕ ਵਾਰ ਦੇਖ ਵੀ ਲਓ ਇੱਧਰ, ਅਸ਼ੋਕ ਜਿਹੜਾ ਹੈ ਔਰ ਸੁਸ਼ਮਾ ਜਿਹੜੀ ਹੈਗੀ ਆ, ਇਹ ਆਪਸ ਦੇ ਵਿੱਚ ਇਹਨਾਂ ਦਾ ਰਿਲੇਸ਼ਨਸ਼ਿਪ ਹੈ। ਰਾਈਟ। ਹੂ ਇਜ਼ ਪੂਨਮਸ ਬॉयਫ੍ਰੈਂਡ। ਪੂਨਮ ਦਾ ਬॉयਫ੍ਰੈਂਡ ਕੌਣ ਹੈ? ਵੇਦ। ਬੀ। ਠੀਕ ਹੈ, ਓਕੇ, ਦੇਖੋ ਪੂਨਮ ਦਾ ਬॉयਫ੍ਰੈਂਡ ਕੌਣ ਹੈ? ਵੇਦ। ਰਾਈਟ, ਫਿਰ ਅੱਗੇ ਆ ਗਿਆ, ਹੂ ਡਜ਼ ਨਾਟ ਲਾਈਕ ਸੁਸ਼ਮਾ ਐਂਡ ਵਿਮਿਲਾ। ਠੀਕ ਹੈ, ਸੋ ਆਪਾਂ ਇੱਥੇ ਕੀ ਪੜ੍ਹਿਆ ਸੀਗਾ? ਵੇਦ's girlfriend does not like ਸੁਸ਼ਮਾ ਐਂਡ ਵਿਮਿਲਾ, ਐਂਡ ਵੇਦ ਦੀ ਗਰਲਫ੍ਰੈਂਡ ਕੌਣ ਆ? ਪੂਨਮ। ਓਕੇ, ਸੋ ਇਹਦਾ ਮਤਲਬ 17ਵੇਂ ਦਾ ਆंसर ਕੀ ਆ ਜਾਊਗਾ? ਏ, ਪੂਨਮ ਡਜ਼ ਨਾਟ ਲਾਈਕ ਸੁਸ਼ਮਾ ਐਂਡ ਵਿਮਲਾ। ਰਾਈਟ। ਓਕੇ, ਸੋ ਹੋ ਗਏ ਸਾਡੇ ਸਾਰੇ ਆंसर। ਇਸੇ ਤਰੀਕੇ ਦੇ ਨਾਲ ਇਦਾਂ ਅਸੀਂ ਮੈਟ੍ਰਿਕਸ ਬਣਾ ਕੇ ਕਰ ਲੈਣੀ ਆ ਸੋਲਵ। ਰਾਈਟ, ਹੁਣ ਹੋਰ ਜਿਹੜਾ ਹੈ ਅਗਲੇ ਲੈਵਲ ਦੇ ਉੱਤੇ ਕੁਐਸਚਨ ਉੱਪਰ ਚੱਲਦੇ ਆ। ਸੋ ਇਹ ਤੁਸੀਂ ਦੇਖ ਰਹੇ ਆ ਇੱਥੇ ਇੱਕ ਵੱਡੀ ਸਾਰੀ ਸਟੇਟਮੈਂਟ ਔਰ ਉਹਨੂੰ ਫੋਲੋਇੰਗ 5 ਕੁਐਸਚਨ ਉਹਦੇ ਬਾਅਦ ਵਿੱਚ ਆ। ਸੋ ਕੀ ਹੈ ਸਟੇਟਮੈਂਟ? ਆਓ ਤੁਹਾਨੂੰ ਅਲੱਗ ਤੋਂ ਸਟੇਟਮੈਂਟ ਪੜ੍ਹ ਲੈਂਦੇ ਆਪਾਂ। ਕੀ ਦਿੱਤਾ ਹੋਇਆ ਵਾ? 5 ਫਰੈਂਡਸ PQRST, 5 ਦੋਸਤ। ਓਕੇ, travel to 5 different city, 5 different cities ਕਿਹੜੀਆਂ ਵਾ? ਚੇਨਈ, ਕਲਕੱਤਾ, ਦਿੱਲੀ, ਬੈਂਗਲੌਰ ਐਂਡ ਹੈਦਰਾਬਾਦ by 5 different modes of transport। ਠੀਕ ਹੈ, ਕਿਹੜੇ ਕਿਹੜੇ ਟਰਾਂਸਪੋਰਟ? ਬੱਸ, ਟ੍ਰੇਨ, ਐਰੋਪਲੇਨ, ਕਾਰ ਐਂਡ ਬੋਟ ਫਰੋਮ ਮੁੰਬਈ। ਓਕੇ, ਸੋ ਇਹ ਜਿਹੜੀ ਹੈਗੀ ਮੇਨ ਸਟੇਟਮੈਂਟ ਇੱਥੇ ਹੋ ਜਾਂਦੀ ਹੈ। ਇਸ ਤੋਂ ਅੱਗੇ ਜਿਹੜੇ ਹੋਰ ਕਲੂਜ਼ ਸਟਾਰਟ ਹੋ ਜਾਂਦੇ ਆ, ਇਹ ਜਿੰਨੇ ਵੀ ਹੁੰਦੇ ਨਾ ਇਸ ਤੋਂ ਅੱਗੇ। ਠੀਕ ਹੈ, ਕਿ ਉਹ ਇਸ ਤੋਂ ਅੱਗੇ ਆ ਕਲੂਜ਼ ਹੋ ਗਏ ਸਾਰੇ। ਠੀਕ ਹੈ, ਇਹ ਕਲੂਜ਼ ਕਿੱਦਾਂ ਦੇ ਹੁੰਦੇ ਆ? ਦੇਖੋ, ਦ ਪਰਸਨ ਹੂ ਟਰੈਵਲ ਟੂ ਦਿੱਲੀ ਡਿਡ ਨਾਟ ਟਰੈਵਲ ਬਾਈ ਬੋਟ। ਠੀਕ ਹੈ, ਜਿਹੜਾ ਦਿੱਲੀ ਗਿਆ ਵਾ ਉਹ ਬੋਟ ਤੇ ਨਾਲ ਨਹੀਂ ਗਿਆ। ਓਕੇ, ਆਰ ਵੈਂਟ ਟੂ ਬੈਂਗਲੌਰ ਬਾਏ ਕਾਰ ਐਂਡ ਕਿਊ ਵੈਂਟ ਟੂ ਕਲਕੱਤਾ ਬਾਏ ਐਰੋਪਲੇਨ। ਠੀਕ ਹੈ, ਇਹ ਸਾਰੇ ਕਲੂਜ਼ ਹੋ ਗਏ। ਇਹ ਆਪਣੀ ਮੇਨ ਸਟੇਟਮੈਂਟ ਆ ਜਾਂਦੀਆਂ। ਜਨਰਲ ਸਟੇਟਮੈਂਟ ਜਿਹੜੀਆਂ ਸਾਰੇ ਦੇ ਲਈ ਕਾਮਨ ਹੁੰਦੀਆਂ ਵਾ। ਓਕੇ, ਸੋ ਇਹਦੇ ਵਿੱਚ ਆਪਾਂ ਫੇਰ ਜਿਹੜੀ ਹੈਗੀ ਉਦਾਂ ਹੀ ਮੈਟ੍ਰਿਕਸ ਬਣਾਉਣਾ ਵਾ। ਠੀਕ ਹੈ, ਪਹਿਲਾਂ ਆਪਾਂ ਜਿਹੜੇ ਹੈਗੇ ਆਪਣੇ ਬੰਦੇ ਹੈਗੇ ਆ ਨਾ PQRST, ਉਹਨਾਂ ਨੂੰ ਟਿਕਾ ਦੇਣਾ ਵਾ, PQRS ਐਂਡ T। ਠੀਕ ਹੈ, ਇੱਧਰ ਪਰਸਨਸ ਹੋ ਗਏ ਪਹਿਲੀ ਲਾਈਨ ਦੇ ਅੰਦਰ। ਠੀਕ ਹੈ, ਦੂਸਰੀ ਲਾਈਨ ਦੇ ਵਿੱਚ ਕੀ ਆ ਆਪਣੀਆਂ? ਅਲੱਗ-ਅਲੱਗ ਸਿਟੀਜ਼ ਦੇ ਵਿੱਚੋਂ ਜਾਂਦੇ ਆ। ਫਿਰ ਆਪਾਂ ਦੂਸਰੀ ਲਾਈਨ 'ਚ ਲਿਖ ਲੈਣੀ ਆ ਸਿਟੀ। ਓਕੇ, ਔਰ ਤੀਸਰੀ ਲਾਈਨ ਦੇ ਵਿੱਚ ਆਪਾਂ ਕੀ ਲਿਖ ਲੈਣਾ? ਮੋਡ ਆਫ ਟਰਾਂਸਪੋਰਟ। ਠੀਕ ਹੈ, ਕਿਹੜੇ ਮੋਡ ਥਰੂ ਗਏ ਆ ਉਹ। ਰਾਈਟ। ਓਕੇ, ਹੁਣ ਆਪਾਂ ਚੱਲਦੇ ਹਾਂ ਕਲੂਜ਼ ਕੀ ਦੱਸਦੇ ਪਏ ਆ ਸਾਨੂੰ। ਦ ਪਰਸਨ ਹੂ ਟਰੈਵਲ ਟੂ ਦਿੱਲੀ ਡਿਡ ਨਾਟ ਟਰੈਵਲ ਬਾਈ ਬੋਟ। ਜਿਹੜਾ ਦਿੱਲੀ ਗਿਆ ਉਹ ਬੋਟ ਦੇ ਵਿੱਚ ਨਹੀਂ ਜਾ ਸਕਦੇ। ਹੁਣ ਆਪਾਂ ਇੱਥੇ ਕਿਤੇ ਕਿਸ ਤਰ੍ਹਾਂ ਇਹਨੂੰ ਕਿਤੇ ਸਟੇਟਮੈਂਟ ਨੂੰ ਟਿਕਾ ਸਕਦੇ ਆ, ਕਿਉਂਕਿ ਇੱਥੇ ਕਿਸੇ ਵੀ ਬੰਦੇ ਦਾ ਨਾਂ ਨਹੀਂ ਲਿਖਿਆ ਵੀ ਕਿਹੜਾ ਵਾ ਉਹ ਦਿੱਲੀ ਕਿਹੜਾ ਗਿਆ। ਠੀਕ ਹੈ, ਜਿਹੜਾ ਦਿੱਲੀ ਗਿਆ ਉਹ ਬੋਟ ਦੇ ਨਾਲ ਨਹੀਂ ਗਿਆ, ਇੰਨਾ ਸਾਨੂੰ ਦੱਸਿਆ।
सो हले किते भी आपां इहनूं टिका नहीं सकते मैट्रिक्स तो एक बारी इहनूं छड्ड दिओ ठीक है। आर वेंट टू बैंगलोर बाय कार। अच्छा आर दी गल आ गई कित्थे गया बैंगलोर किहदे थ्रू गया मोड ऑफ ट्रांसपोर्ट आ गया कार। क्यू वेंट टू कैलकता ये कैलकता विच गया वा थ्रू एरोप्लेन ठीक है जहाज विच गया है। अच्छा एस ट्रैवल बाय बोट एस जिहड़ा हैगा वा वो किहदे थ्रू गया बोट दे थ्रू गया कित्थे गया ये नहीं पता हले बार। वेयर एज टी ट्रैवल्ड बाय ट्रेन टी गया वा ट्रेन तो ओके। सो एक मोड ऑफ कम्युनिकेशन रह गया किहड़ा रह गया वा देखो इत्थे बस ट्रेन एरोप्लेन कार रह गई बस ਇਹਦਾ मतलब पी ਜਿਹੜੀ ਹੈਗੀ ਉਹ ਬੱਸ ਤੇ ਗਿਆ ਹੋਊਗਾ। ਦੇਖੋ ਆ ਚਾਰੋਂ ਆਪਾਂ ਨੂੰ ਪਤਾ ਲੱਗ ਗਏ ਠੀਕ ਹੈ। ਹੁਣ ਜਿਹੜਾ ਬਚਿਆ ਉੱਥੇ ਦਿੱਤੇ ਹੋਏ ਆ ਨਾ ਉੱਪਰ 5 ਡਿਫਰੈਂਟ ਮੋਡ ਆਫ ਟਰਾਂਸਪੋਰਟੇਸ਼ਨ ਦਿੱਤੇ ਹੋਏ ਆ ਨਾ ਬੱਸ ਟ੍ਰੇਨ ਐਰੋਪਲੇਨ ਕਾਰ ਐਂਡ ਬੋਟ ਆ ਸਾਰੇ ਆਪਣੇ ਆਲਰੇਡੀ ਆ ਚੁੱਕੇ ਸੀਗੇ ਠੀਕ ਹੈ। ਸੋ ਬਚਿਆ ਕੀ ਬੱਸ ਇਸ ਕਰਕੇ ਆਪਾਂ ਇੱਥੇ ਬੱਸ ਲਿਖ ਦਿੱਤਾ ਇਹਦਾ ਮਤਲਬ P ਜਿਹੜਾ ਹੈਗਾ ਉਹ ਬੱਸ ਦੇ ਵਿੱਚ ਗਿਆ। अच्छा मुंबई इज नॉट कनेक्टेड बाय बस टू दिल्ली एंड चेन्नई मुंबई इज नॉट कनेक्टेड बाय बस टू दिल्ली और चेन्नई। सो ਇਹਦਾ मतलब ਜਿਹੜਾ ਇੱਥੇ सिटी ਆਊਗਾ ਇਹ ਦਿੱਲੀ नहीं हो सकता ठीक है ਇਹ चेन्नई नहीं हो सकता राइट क्योंकि वो बस ਦੇ ਨਾਲ कनेक्टेड ही नहीं हैगे मुंबई वाले ठीक है। सो ना दिल्ली हो सकता ना चेन्नई हो सकता ना कैलकत्ता हो सकता ना बैंगलोर हो सकता क्योंकि कलकत्ता बैंगलोर का अपन ऑलरेडी पता वा दिल्ली नहीं हो सकता चेन्नई नहीं हो सकता फिर होया की बचिया की इत्थे देखो यार की बचिया हैदराबाद 5 सिटियां का नाम इत्थे लिखे देखिया आपां जदों तां उहदे विचों की बचिया हैदराबाद ये आ गया हैदराबाद। इस तरीके नाल जिहड़ा हैगा ओह क्लू लैना हुंदा वा ओके राइट। सो ਇਹਦਾ मतलब ਇੱਥੇ ਦਿੱਲੀ ਜਾਂ ਚੇन्नई ਵਿੱਚੋਂ ਹੁਣ ਕੁਝ ਇੱਕ ਆਊਗਾ ਪਰ ਤੁਹਾਨੂੰ ਇਹ ਪਤਾ ਕਿ ਇੱਥੇ ਆਪਾਂ ਨੂੰ ਕੀ ਦਿੱਤਾ ਹੋਇਆ ਵਾ ਇਹ ਕਲੂ ਦ ਪਰਸਨ ਹੂ ਟਰੈਵਲ ਟੂ ਦਿੱਲੀ ਡਿਡ ਨਾਟ ਟਰੈਵਲ ਬਾय ਬੋਟ ਠੀਕ ਹੈ। ਸੋ ਜਿਹੜਾ ਦਿੱਲੀ ਗਿਆ ਉਹ ਬੋਟ ਦੇ ਥਰੂ ਨਹੀਂ ਜਾਏਗਾ ਜਿਹੜਾ ਬੋਟ ਵਾਲਾ ਵਾ ਉਹ ਦਿੱਲੀ ਨਹੀਂ ਗਿਆ ਠੀਕ ਹੈ। ਇਹਦਾ मतलब ਦਿੱਲੀ ਜਿਹੜਾ ਹੈਗਾ ਵਾ ਉਹ ਇੱਥੇ ਆਏਗਾ ਠੀਕ ਹੈ। ਔਰ ਇੱਥੇ ਫਿਰ ਕਿਹੜਾ ਬਚਿਆ ਹੁਣ ਇੱਥੇ ਇਕੱਲਾ ਇੱਕੋ ਹੀ ਬਚ ਗਿਆ ਚੇन्नई जब आप इत्थे दिल्ली टिका दिता तां इत्थे इक्को ही बचिया वो एक किहड़ा रह गया चेन्नई ओके ऑलराइट। सो इस तरीके नाल साडे कोल सारा मैट्रिक्स हो चुका वा साडा तैयार परसन सिटी मोड। देखो इहदे विच 3 वेरीएबल सीगे आपां उहनां सारिआं दा मैट्रिक्स बना लिया पहलां 5 फ्रेंड्स की गल कीती आपां परसनस लिख लए 5 डिफरेंट सिटीज़ दे अंदर गए वो लिख लईआं 5 डिफरेंट मोड ऑफ ट्रांसपोर्टेशन ਉਹ ਆਪਾਂ ਸਾਰੇ ਜਿਹੜੇ ਹੈਗੇ ਹੁਣ ਲਿਖ ਲਏ। ਹੁਣ ਆਪਾਂ ਨੂੰ ਹਰੇਕ ਕਿਸੇ ਦਾ ਪਤਾ ਵਾ ਵੀ ਕਿਹੜਾ ਕਿਹੜੇ ਸ਼ਹਿਰ 'ਚ ਗਿਆ ਵਾ ਤੇ ਕਿਸ ਤਰੀਕੇ ਨਾਲ ਗਿਆ ਵਾ। ਹੁਣ ਆਪਾਂ ਜਿੰਨੇ ਵੀ ਕੁਐਸਚਨ ਹੈਗੇ ਈਜ਼ੀਲੀ ਆਨਸਰ ਕਰ ਸਕਦੇ ਹਾਂ ਰਾਈਟ ਓਕੇ। ਸੋ ਇਹ ਜਿਹੜੇ ਹੈਗੇ ਆ ਉਹਦੇ ਕੁਐਸਚਨ ਉਹੀ ਪਿਛਲੇ ਕੁਐਸਚਨ ਨੇ ਠੀਕ ਹੈ। ਆਹ ਚਾਰਟ ਜਿਹੜਾ ਆਪਾਂ ਬਣਾਇਆ ਸੀਗਾ ਬਸ ਇਹਨੂੰ ਥੋੜਾ ਹੋਰ ਤਰੀਕੇ ਨਾਲ ਲਿਖ ਦਿੱਤਾ ਗਿਆ ਵਾ ਠੀਕ ਹੈ ਓਕੇ। ਇਹਨੂੰ ਵਰਟੀਕਲ ਤਰੀਕੇ ਦੇ ਨਾਲ ਇਹਨਾਂ ਨੇ ਕੀਤਾ ਹੋਇਆ ਵਾ ਸੋ ਆਪਾਂ ਇੱਥੋਂ ਹੀ ਕਰ ਲੈਂਦੇ ਹਾਂ। ਵਿਚ ਆਫ ਦਾ ਫੋਲੋਇੰਗ ਕੰਬੀਨੇਸ਼ਨ ਆਫ ਪਰਸਨ ਐਂਡ ਮੋਡ ਇਜ਼ ਨਾਟ ਕਰੈਕਟ ਕਿਹੜਾ ਇਹ ਕੰਬੀਨੇਸ਼ਨ ਜਿਹੜਾ ਸਹੀ ਨਹੀਂ ਹੈਗਾ। ਪੀ ਬੱਸ ਇਹ ਸਹੀ ਆ ਪੀ ਬੱਸ ਦੇ ਵਿੱਚ ਗਿਆ ਵਾ ਐਸ ਬੋਟ ਸਹੀ ਹੈ ਕਿਊ ਐਰੋਪਲੇਨ ਸਹੀ ਹੈ ਟੀ ਐਰੋਪਲੇਨ ਨਾ ਟੀ ਜਿਹੜਾ ਹੈਗਾ ਉਹ ਕੀ ਆ ट्रेन जिस तरीके नाल आपां भी कढिया सीगा ओके। सो पूछ रहे कि ये मतलब इन्हां विचों किहड़ा कॉम्बीनेशन ऑफ पर्सन एंड मोड इज नॉट करैक्ट किहड़ा सही नहीं आ मतलब किहड़ा गलत आ। सो अपना ई ऑप्शन जो सीगा टी जिहड़ा हैगा वो एरोप्लेन नहीं है टी ट्रेन आ। विच ऑफ द फॉलोइंग कॉम्बीनेशन इज ट्रू फॉर एस ठीक है एस दे लई किहड़ी कॉम्बीनेशन ट्रू आ ठीक है। चेन्नई एंड बोट देखो केड़ी है चेन्नई एंड बोट सी ऑप्शन सी इज द आंसर ठीक है। विच ऑफ द फॉलोइंग कॉम्बीनेशन ऑफ प्लेस एंड मोड इज नॉट करैक्ट पूछा गया वा कि केड़ा प्लेस एंड मोड जिहड़ा वो सही नहीं है इकट्ठे लिखे। हुण दिल्ली बस राइट दिल्ली बस देखो दिल्ली तो ट्रेन है सो इसदा मतलब पहला ही साडा आंसर आ गया भी ਇਹ ਜਿਹੜਾ ਹੈਗਾ ਕਿਉਂਕਿ ਇਹ ਗਲਤ ਆ ਦਿੱਲੀ ਟ੍ਰੇਨ ਦੇ ਥਰੂ ਜਾਂਦਾ ਵਾ ਸੋ ਇਸ ਕਰਕੇ ਦਿੱਲੀ ਬੱਸ ਜਿਹੜਾ ਹੈਗਾ ਆਪਸ਼ਨ ਨੰਬਰ ਏ ਸਾਡਾ ਆਨਸਰ ਆ ਗਿਆ ਵੀ ਇਹ ਗਲਤ ਆ
ठीक है। द परसन ट्रैवलिंग टू दिल्ली वेंट बाय विच ऑफ द फॉलोइंग मोड, दिल्ली जाण वाला कित्थे गया सी, ट्रेन दे विच गया सीगा। ओके, हु अमंग द फॉलोइंग ट्रैवल टू दिल्ली, ठीक है, दिल्ली इन्हां दे विचों किहड़ा गया सीगा, टी गया सीगा, रीट। सो एक आह दिल्ली वाले चों ही 3 क्वेश्चन इहदे विचों ही आ गए आ, राइट। सो इस तरीके दे नाल जिहड़ा हैगा तुसीं कर सकदे आ इहनूं सॉल्व, अपना मैट्रिक्स बनाओ, ठीक है, ਉਹਦੇ ਨਾਲ ਤੁਸੀਂ ਆਰਾਮ ਨਾਲ ਇਹ ਕੁਐਸਚਨ ਕਰ ਸਕਦੇ ਆ ਸੋਲਵ। ਹੁਣ ਆਪਾਂ ਚੱਲਦੇ ਆ ਅਗਲੇ ਕੁਐਸਚਨ ਦੇ ਵਿੱਚ, ਠੀਕ ਹੈ। ਹੁਣ ਇੱਥੇ ਹੋਰ ਜੋ ਹੈ ਅਲੱਗ ਤਰੀਕੇ ਦਾ ਕੁਐਸਚਨ ਹੈ। देयर आर 6 फ्रेंड्स, 6 फ्रेंड्स ਹੈਗੇ ਆ, ਠੀਕ ਹੈ। ਇਹਦਾ ਮਤਲਬ ਇੱਕ ਮੈਟ੍ਰਿਕਸ ਆਪਾਂ ਬਣਾਵਾਂਗੇ ਫਰੈਂਡਸ ਵਾਲਾ। ਈਚ ਵਨ ਇਜ਼ ਪ੍ਰੋਫੀਸ਼ੀਐਂਟ ਇਨ ਵਨ ਆਫ ਦਾ ਗੇਮ, ਦੂਸਰਾ ਆਪਾਂ ਬਣਾਵਾਂਗੇ ਗੇਮਸ ਵਾਲਾ, ਜਿਹਦੇ ਵਿੱਚ ਆਪਾਂ ਗੇਮਸ ਲਿਖਾਂਗੇ। ਈਚ ਓਨਸ ਅ ਡਿਫਰੈਂਟ ਕਲਰਡ ਕਾਰ, ਫਿਰ ਆਪਾਂ ਤੀਸਰਾ ਬਣਾਵਾਂਗੇ ਕਾਰ ਵਾਲਾ। ਓਕੇ, ਸੋ ਹੁਣ ਇੱਥੇ ਜਿਹੜੀ ਹੈਗੀ ਆ ਉਹ ਅੱਗੇ ਕਲੂਜ਼ ਸ਼ੁਰੂ ਹੋ ਗਏ ਆ। ਹੁਣ ਜਨਰਲ ਸਟੇਟਮੈਂਟਾਂ ਸਾਰੀਆਂ ਇੱਥੇ ਹੋ ਗਈਆਂ ਪੂਰੀਆਂ, ਠੀਕ ਹੈ। ਅੱਗੇ ਦੇਖੋ ਕਲੂ ਸ਼ੁਰੂ ਹੋ ਗਏ ਹੁਣ। ਡੀ ਪਲੇਸ ਪੋਲੋ ਐਂਡ ਓਨਸ ਅ ਯੈਲੋ ਕਲਰਡ ਕਾਰ, ਠੀਕ ਹੈ। ਇਹਦੇ ਬੇਸ ਉੱਤੇ ਹੀ ਅੱਗੇ ਕੁਐਸਚਨ ਹੈ ਹੂ ਪਲੇਸ ਵਾਲੀਬਾਲ, ਵਿਚ ਕਲਰਡ ਕਾਰ ਐਫ ਓਨਸ, ਠੀਕ ਹੈ। ਸੋ ਆਪਾਂ ਹੁਣ ਇਹਨੂੰ ਚੱਲਦੇ ਹਾਂ ਅੱਗੇ, ਸੋਲਵ ਕਰਦੇ ਹਾਂ ਔਰ ਫਿਰ ਆਪਾਂ ਆਨਸਰ ਉਹਦੇ ਪਰ ਦੱਸਾਂਗੇ, ਠੀਕ ਹੈ। 6 ਫਰੈਂਡ ਹੈਗੇ ਆ ABCD, ਸੋ ਆਪਾਂ ਕੀ ਕਰ ਲੈਣਾ ਵਾ ABCDEF, ਲਓ ਜੀ ਸਾਰਿਆਂ ਨੂੰ ਆਪਾਂ ਨੇ ਟਿਕਾ ਲਿਆ ਵਾ ABCDEF। ਦੂਸਰਾ ਹੁਣ ਕੀ ਆ ਗਿਆ, ਇਹਨਾਂ ਦੀ ਗੇਮਸ ਆ ਗਈ, ਰਾਈਟ। ਫਿਰ ਉਸ ਤੋਂ ਬਾਅਦ ਕੀ ਆ ਗਈ, ਇਹਦੀ ਕਾਰ ਦੀ ਗੱਲ ਆ ਗਈ, ਠੀਕ ਹੈ। ਕਾਰ ਦਾ ਕਲਰ ਕਿਹੜਾ ਵਾ, ਸੋ ਆਪਾਂ ਦੇਖਦੇ ਹਾਂ ਹੁਣ ਕੀ ਕਲੂਜ਼ ਮਿਲ ਰਹੇ ਆ। ਡੀ ਪਲੇਸ ਪੋਲੋ ਐਂਡ ਓਨਸ ਅ ਯੈਲੋ ਕਲਰਡ ਕਾਰ, ਡੀ ਜਿਹੜਾ ਹੀ ਹੈਗਾ ਵਾ ਉਹ ਕੀ ਖੇਲਦਾ ਵਾ, ਪੋਲੋ, ਐਂਡ ਓਨਸ ਅ ਯੈਲੋ ਕਾਰ, ठीक है। C does not play either tennis or hockey and owns neither blue nor yellow colored car, ठीक है। ਜਿਹੜਾ C ਆ ਉਹ ਟੈਨਿਸ ਨਹੀਂ ਖੇਲਦਾ, ਟੈਨਿਸ ਕੱਟ ਦਿਓ ਲਿਖ ਕੇ ਇੱਥੇ, ਓਕੇ। ਐਂਡ ਹਾਕੀ ਵੀ ਨਹੀਂ ਖੇਲਦਾ, ਸੋ ਹਾਕੀ ਵੀ ਕੱਟ ਦਿਓ ਇੱਥੋਂ, ਓਕੇ। ਓਨਸ ਨਾਈਦਰ ਬਲੂ ਨੌਰ ਯੈਲੋ ਕਲਰਡ ਕਾਰ, ਠੀਕ ਹੈ। ਸੋ ਇਹਦਾ ਮਤਲਬ ਬਲੂ ਵੀ ਨਹੀਂ ਹੈਗਾ, ਲਿਖ ਕੇ ਕੱਟ ਦਿਓ, ਯੈਲੋ ਵੀ ਨਹੀਂ ਹੈਗਾ, ਰਾਈਟ। ਈ ਓਨਸ ਵਾਈਟ ਕਾਰ ਐਂਡ ਪਲੇਸ ਬੈਡਮਿੰਟਨ, ਈ ਦੀ ਗੱਲ ਆ ਗਈ, ਈ ਕਿਹੜਾ ਹੈ, ਵਾਈਟ ਕਾਰ ਆ ਇਹਦੀ, ਤੇ ਗੇਮ ਕਿਹੜੀ ਖੇਡਦਾ, ਬੈਡਮਿੰਟਨ, ਓਕੇ। ਫਿਰ ਅੱਗੇ ਆ ਗਿਆ ਬੀ ਡਜ਼ ਨਾਟ ਪਲੇ ਟੈਨਿਸ, ਬੀ ਜਿਹੜਾ ਹੈਗਾ ਵਾ ਬੀ ਵੀ ਟੈਨਿਸ ਨਹੀਂ ਖੇਲਦਾ, ਸੋ ਲਿਖ ਕੇ ਕੱਟ ਦਿਓ, ਓਕੇ। ਹੀ ਓਨਸ ਅ ਰੈਡ ਕਲਰਡ ਕਾਰ, ਪਰ ਗੱਡੀ ਉਹਦੀ ਰੈਡ ਆ, ਠੀਕ ਹੈ। ਏ ਪਲੇਸ ਕ੍ਰਿਕਟ ਐਂਡ ਓਨਸ ਅ ਬਲੈਕ ਕਾਰ, ਸੋ ਇਹ ਕ੍ਰਿਕਟ ਖੇਲਦਾ ਵਾ ਐਂਡ ਕਾਲੀ ਗੱਡੀ ਆ ਇਹਦੇ ਕੋਲ, ਓਕੇ। ਸੋ ਹੁਣ ਤੁਸੀਂ ਦੇਖੋ ਕਿ ਸਾਡੇ ਕੋਲ C ਦੇ ਉੱਤੇ ਨਾ ਬਲੂ ਆ ਸਕਦਾ ਨਾ ਯੈਲੋ ਆ ਸਕਦਾ ਵਾ, ਠੀਕ ਹੈ। ਸਾਡੇ ਕੋਲ ਕਲਰ ਕਿਹੜੇ ਕਿਹੜੇ ਬਚੇ ਹੋਏ ਆ, ਠੀਕ ਹੈ। ਸਾਡੇ ਕੋਲ ਕਲਰ ਇੱਥੇ ਹੈਗੇ ਆ, ਓਕੇ। ਯੈਲੋ ਹੋ ਚੁੱਕਾ ਵਾ, ਗ੍ਰੀਨ ਬਾਕੀ ਆ, ਬਲੈਕ ਹੋ ਚੁੱਕਾ ਵਾ, ਵਾਈਟ ਹੋ ਚੁੱਕਾ ਵਾ, ਬਲੂ ਬਾਕੀ ਆ ਐਂਡ ਰੈਡ ਹੋ ਚੁੱਕਾ ਵਾ। ਸੋ ਗ੍ਰੀਨ ਐਂਡ ਬਲੂ ਜਿਹੜੇ ਆ ਬਾਕੀ ਆ, ਬਲੂ ਇੱਥੇ ਹੋ ਨਹੀਂ ਸਕਦਾ, ਸੋ ਇਹਦਾ ਮਤਲਬ ਇੱਥੇ ਕੀ ਆ ਜਾਏਗਾ, ਇੱਥੇ ਆ ਜਾਏਗਾ ਗ੍ਰੀਨ, ਓਕੇ। ਸੋ ਬਲੂ ਕਿਹਦਾ ਹੋ ਜਾਏਗਾ, ਬਲੂ F ਦਾ ਹੋ ਜਾਏਗਾ, ਰਾਈਟ। ਇਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਅਸੀਂ ਉੱਪਰ ਦੇਖੀਏ ਤਾਂ C ਦੇ ਵਿੱਚ ਨਾ ਟੈਨਿਸ ਆਏਗਾ ਨਾ ਹਾਕੀ ਆਏਗਾ, ਠੀਕ ਹੈ। C ਦੇ ਵਿੱਚ ਨਾ ਟੈਨਿਸ ਆਏਗਾ ਨਾ ਹਾਕੀ ਆਏਗਾ ਔਰ ਨਾ ਪੋਲੋ ਆਏਗਾ ਨਾ ਬੈਡਮਿੰਟਨ ਆਏਗਾ ਨਾ ਕ੍ਰਿਕਟ ਆਏਗਾ, ਸੋ ਇੱਕ ਗੇਮ ਬਚੀ ਇਹਦੇ ਵਿੱਚ, ਉਹ ਕਿਹੜੀ ਹੋਏਗੀ, ਸੋ ਉਹ ਮੈਨੂੰ ਲੱਗਦਾ ਹੈ ਉਹ ਹੈ ਵਾਲੀਬਾਲ, ਵਾਲੀਬਾਲ ਜਿਹੜੀ ਹੈਗੀ ਆ ਉਹ ਆਏਗੀ, ਕਿਉਂਕਿ C ਦੇ ਆਪਾਂ ਲਿਖਿਆ ਵੀ ਇੱਥੇ ਟੈਨਿਸ ਵੀ ਨਹੀਂ ਹੋ ਸਕਦਾ, ਹਾਕੀ ਵੀ ਨਹੀਂ ਹੋ ਸਕਦਾ, ਤੇ ਇਹ 3 ਗੇਮਾਂ ਜਿਹੜੀਆਂ ਆਲਰੇਡੀ ਆਪਾਂ ABDE ਦੇ ਅੰਦਰ ਲਿਖ ਦਿੱਤੀਆਂ ਵਾ,
ठीक है। सो इत्थे वॉलीबॉल बचिया, ठीक है। हुण बी दा की हो सकदा वा, बी दा टेनिस नहीं हो सकदा, ठीक है। सो टेनिस इत्थे लिखिया होया है ना भी इहदा बी दा टेनिस नहीं हो सकदा, इहदा मतलब टेनिस किहदा हो गया फिर एफ दा। ओके, तो बी दे लई फिर की बचिया, बी दे लई की बच गया, बी दे लई की बचिया क्रिकेट। ओके, सो क्रिकेट ही है एक ਜਿਹੜਾ बी ਦੇ ਲਈ नहीं बी ए क्रिकेट ਤਾਂ ए ਕੋਲ ਹੈ, ਸੋ ਕੀ ਬਚਿਆ बी ਲਈ ਹਾਕੀ। ਰਾਈਟ ਰਾਈਟ ਰਾਈਟ, ਓਕੇ ਹਾਕੀ ਬਚੀ ਆ, बी ਚ ਕੀ ਬਚਿਆ ਹਾਕੀ। ਓਕੇ, ਸੋ ਸਾਨੂੰ ਸਾਰਿਆਂ ਦੇ ਜਿਹੜੇ ਹੈਗੇ ਆ ਗੇਮ ਪਤਾ ਲੱਗ ਗਈ, ਸਾਰਿਆਂ ਦੀ ਕਾਰ ਪਤਾ ਲੱਗ ਗਈ। ਹੁਣ ਆਪਾਂ ਹਰੇਕ ਸਵਾਲ ਦਾ ਜਿਹੜਾ ਹੈਗਾ ਉਹ ਜਵਾਬ ਦੇ ਸਕਦੇ ਹਾਂ। ਸੋ ਚੱਲਦੇ ਹਾਂ ਪਿੱਛੇ ਫੇਰ ਕੁਐਸਚਨਸ ਦੇ ਉੱਤੇ, ਠੀਕ ਹੈ। ਹੂ ਪਲੇਜ਼ ਵਾਲੀਬਾਲ, ਵਾਲੀਬਾਲ ਕੌਣ ਖੇਡਦਾ ਵਾ, ਵਾਲੀਬਾਲ ਖੇਡਦਾ ਹੈਗਾ ਸੀ, राइट। सो आंसर आ जाएगा साडा की वॉलीबॉल कौन खेलदा, ऑप्शन बी आंसर सी। ओके, विच कलर्ड कार एफ ओन्स, ठीक है। एफ दे कोल केड़ी कलर्ड कार है, सो ए ब्लू आई थिंक, राइट। देख ही लो एक बारी, एफ दे कोल केड़ी कलर्ड कार है, ब्लू। ओके, अगला क्वेश्चन जिहड़ा हैगा वा, which of the following combination of color of car and game played is not correct। कार ते गेम प्लेड का कलर जिहड़ा वो सही नहीं हैगा, येलो पोलो, येलो पोलो ये तो सही है। ओके, फिर किहड़ा वा ग्रीन टेनिस, ग्रीन टेनिस, ग्रीन तो वॉलीबॉल दे नाल आ, ਇਹਦਾ मतलब बी आंसर आ गया, ठीक है। ग्रीन ਜਿਹੜਾ ਵਾ ਉਹ ਵਾਲੀਬਾਲ ਦੇ ਨਾਲ ਆ, ਉੱਥੇ ਗ੍ਰੀਨ ਜਿਹੜਾ ਹੈ ਟੈਨਿਸ ਦੇ ਨਾਲ ਜੋੜ ਰਹੇ ਆ, ਸੋ ਇਹ ਗਲਤ ਆ। ਇਹਦਾ ਮਤਲਬ ਆਨਸਰ ਜਿਹੜਾ ਹੈਗਾ ਉਹ ਬੀ ਆ, ਠੀਕ ਹੈ। ਵਿਚ ਇਜ਼ ਨਾਟ ਕਰੈਕਟ ਪੁੱਛਿਆ ਸੀਗਾ, ਸੋ ਇਸ ਤਰੀਕੇ ਨਾਲ ਬੀ ਜਿਹੜਾ ਹੈਗਾ ਉਹ ਆਨਸਰ ਆ ਗਿਆ। ਇਨਫੈਕਟ ਦੇਖੋ ਤਿੰਨਾਂ ਦੇ ਆਨਸਰ ਜਿਹੜੇ ਆ ਉਹ ਬੀ ਬਣ ਗਏ ਆ, ਰਾਈਟ। ਸੋ ਇਸ ਤਰੀਕੇ ਦੇ ਨਾਲ ਜਿਹੜੀ ਹੈਗੀ ਆ ਅਸੀਂ ਕਲਾਸੀਫਿਕੇਸ਼ਨ ਵਾਲੀਆਂ ਪਜ਼ਲਸ ਕਰ ਸਕਦੇ ਹਾਂ ਸੋਲਵ, ਅਸੀਂ ਮੈਟ੍ਰਿਕਸ ਬਣਾ ਕੇ, ठीक है। और अपने नंबर इस तरीके दे नाल कर सकते हैं इंश्योर। हुण आ अगला क्वेश्चन जिहड़ा मैं तुहानूं दिखाण जा रहा मैं इहदा स्क्रीनशॉट लै लो, ओके, क्योंकि ये की है तुहाडा होमवर्क है। इहदा तुसीं जो है आंसर मैनूं कमेंट बॉक्स दे विच लिख देने आ, लिख देना वा 6वें दा ए, 7वें दा बी, मतलब ये आंसर नहीं है, ये तुसीं लिखने हैं, मैं एम जस्ट गिविंग एग्जाम्पल, ठीक है। या 6A 7B इहदा कॉमे कॉमे पा के लिख दिओ, 8C 9B एंड 10A इस तरीके नाल कॉमे पा के आंसर लिख दिओ इक्को ही लाइन दे अंदर, राइट। ओके, कमेंट बॉक्स दे विच कमेंट कर दिओ और ठीक है। सो इस दे नाल ही कहांगा मैं, जे गल कीती स्ट्राइक कर दिओ शेयर ते लाइक, जे पिया कुछ पल्ले कर दिओ कमेंट बॉक्स थल्ले। सो ਇਹਦੇ ਨਾਲ ਹੀ ਕਰ ਲੈਣਾ ਤੁਹਾਡੇ ਤੋਂ ਅਲਵਿਦਾ, और फिर मिलांगे हर हाल, जब तक जुड़े रहो पीवी सर दे नाल।